ਹੈਲੋ ਸਟੂਡੈਂਟਸ, ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਚੈਟ ਜੀਪੀਟੀ ਦੀ ਹੈਲਪ ਦੇ ਨਾਲ ਅਸੀਂ ਆਇਲਸ ਦੇ ਵਿੱਚ 7+ ਬੈਂਡ ਸਕੋਰ ਕਿਵੇਂ ਅਚੀਵ ਕਰ ਸਕਦੇ। ਤਾਂ ਸਟੂਡੈਂਟਸ ਅਕਸਰ ਕਹਿੰਦੇ ਨੇ ਸਾਡੇ ਕੋਲ ਅੱਛੀ ਵੋਕੈਬਲਰੀ ਨਹੀਂ ਹੈ ਐਸੇ ਲਿਖਣ ਦੇ ਲਈ, ਟਾਸਕ 1 ਲਿਖਣ ਦੇ ਲਈ ਜਾਂ ਟਾਸਕ ਇਨਟੂ ਡਿਸਟਿੰਕਟ ਪੈਰਾਗ੍ਰਾਫਸ ਟੂ ਇੰਪਰੂਵ ਰੀਡੇਬਿਲਿਟੀ। ਪੈਰਾਗ੍ਰਾਫਿੰਗ ਇੱਕ ਬਹੁਤ ਇੰਪੋਰਟੈਂਟ ਐਸਪੈਕਟ ਹੈ ਆਇਲਸ ਐਸੇ ਦੇ ਵਿੱਚ ਮਾਰਕਸ ਲੈਣ ਦੇ ਲਈ। ਲਾਈਕ ਕਿੰਨੀ ਅੱਛੀ ਸਟਾਰਟਿੰਗ ਹੈ। ਆਈ ਐਮ ਐਨ ਐਵਿਡ ਰੀਡਰ and my taste in books is quite diverse. I enjoy exploring various genres. Hello students, ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਚੈਟ ਜੀਪੀਟੀ ਦੀ ਹੈਲਪ ਦੇ ਨਾਲ ਅਸੀਂ ਆਇਲਸ ਦੇ ਵਿੱਚ 7+ ਬੈਂਡ ਸਕੋਰ ਕਿਵੇਂ ਅਚੀਵ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਰਾਈਟਿੰਗ ਮੋਡਿਊਲ ਦੀ। ਜੇ ਸਾਨੂੰ ਪ੍ਰੋਬਲਮ ਆ ਰਹੀ ਹੈ ਐਜ਼ ਦਾ ਟਾਸਕ 1 ਜਾਂ ਟਾਸਕ 2 ਦੇ ਵਿੱਚ ਅੱਛਾ ਬੈਂਡ ਸਕੋਰ ਲੈਣ ਦੇ ਵਿੱਚ ਮੌਕ ਟੈਸਟ ਦੇ ਦੌਰਾਨ, ਤੇ ਅਸੀਂ ਚੈਟ ਦੀ ਹੈਲਪ ਦੇ ਨਾਲ ਕਿਵੇਂ ਉਹਨੂੰ ਇੰਪਰੂਵ ਕਰ ਸਕਦੇ ਹਾਂ। ਡਿਫਰੈਂਟ ਵੇਜ਼ ਨੇ ਇਸ ਚੀਜ਼ ਦੇ। ਅਸੀਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਇੱਕ ਤਾਂ ਸਭ ਤੋਂ ਸਿੰਪਲ ਵੇ ਇਹ ਹੈ ਕਿ ਤੁਸੀਂ ਕੋਈ ਕੁਐਸਚਨ ਟਾਈਪ ਕਰ ਦਿਓ ਚੈਟ ਜੀਪੀਟੀ 'ਤੇ ਜਾ ਕੇ ਔਰ ਕਹੋ ਕਿ ਮੈਨੂੰ ਆਇਲਸ ਦਾ ਸੈਂਪਲ ਆਨਸਰ ਪ੍ਰੋਵਾਈਡ ਕਰ ਦਿਓ, ਮੈਨੂੰ ਇਸ ਕੁਐਸਚਨ ਦਾ ਸੈਂਪਲ ਆਨਸਰ ਪ੍ਰੋਵਾਈਡ ਕਰ ਦਿਓ, ਅਤੇ ਚੈਟ ਤੁਹਾਨੂੰ ਇੱਕ ਸੈਂਪਲ ਆਨਸਰ ਪ੍ਰੋਵਾਈਡ ਕਰੇਗਾ। ਹੁਣ ਇਹਦੇ ਵਿੱਚ ਇਹ ਹੈ ਕਿ ਕਈ ਵਾਰ ਉਹਨੇ ਉੱਦਾਂ ਦੀ ਵੋਕੈਬਲਰੀ ਉਹਦੇ ਵਿੱਚ ਯੂਜ਼ ਕਰਨੀ ਹੈ ਆਨਸਰ ਦੇ ਵਿੱਚ ਜੋ ਤੁਸੀਂ ਉਹਨਾਂ ਵਰਡਸ ਨੂੰ ਨਹੀਂ ਜਾਣਦੇ, ਤੁਸੀਂ ਉਹਨਾਂ ਨੂੰ ਕਦੀ ਯੂਜ਼ ਨਹੀਂ ਕੀਤਾ, ਉਹਨਾਂ ਦਾ ਕੰਟੈਕਸਟ ਤੁਹਾਨੂੰ ਸਮਝ ਨਹੀਂ ਆ ਰਿਹਾ। ਅਤੇ ਸੈਂਪਲ ਆਨਸਰ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਸੈਂਪਲ ਆਨਸਰ ਲੈ ਕੇ ਉਹਨੂੰ ਮੈਮੋਰਾਈਜ਼ ਕਰਨਾ ਹੈ। ਸੈਂਪਲ ਆਨਸਰ ਦਾ ਮਤਲਬ ਸਿਰਫ ਇਹ ਹੈ ਕਿ ਤੁਸੀਂ ਦੇਖਣਾ ਕਿ ਇਹਨੇ ਕਿਸ ਤਰ੍ਹਾਂ ਇੰਟਰੋਡਕਸ਼ਨ ਲਿਖੀ ਹੈ, ਕਿਹੜੇ ਪੁਆਇੰਟਸ ਮੈਂਸ਼ਨ ਕੀਤੇ ਆ ਉਸੇ ਕੁਐਸਚਨ ਦੇ ਬਾਰੇ, ਬੋਡੀ ਪੈਰਾਗ੍ਰਾਫਸ ਕਿਵੇਂ ਲਿਖੇ ਹੈ, ਕਨਕਲੂਡ ਕਿੱਦਾਂ ਕੀਤਾ ਹੈ। ਵਰਡਸ ਚੈੱਕ ਕਰੋ ਕਿ ਕਿਹੜੇ ਵਰਡਸ ਕੀ ਵੋਕੈਬਲਰੀ ਯੂਜ਼ ਕੀਤੀ ਹੈ ਚੈਟ ਨੇ, ਔਰ ਜੇ ਤੁਹਾਨੂੰ ਵਰਡਸ ਦੇ ਮੀਨਿੰਗ ਨਹੀਂ ਪਤਾ ਤੇ ਉਹਨਾਂ ਨੂੰ ਜਾ ਕੇ ਸਰਚ ਕਰਨਾ ਹੈ। ਚੈਟ ਦੇ ਉੱਪਰ ਹੀ ਤੁਸੀਂ ਸਰਚ ਕਰ ਸਕਦੇ ਹੋ ਉਹਨਾਂ ਮੀਨਿੰਗਸ ਨੂੰ। ਤੁਸੀਂ ਦੁਬਾਰਾ ਪੁੱਛ ਸਕਦੇ ਹੋ ਚੈਟ ਨੂੰ ਕਿ ਪਲੀਜ਼ ਟੈਲ ਮੀ ਦੀ ਮੀਨਿੰਗ ਆਫ ਦਿਸ ਵਰਡ ਔਰ ਦਿਸ ਫਰੇਜ਼ ਔਰ ਸਮਥਿੰਗ। ਸੈਕਿੰਡ ਸਟੈਪ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਉਹ ਐਜ਼ ਅ ਟੀਚਰ ਮੇਰਾ ਪਰਸਨਲ ਫੇਵਰੇਟ ਹੈ। ਇਹਦੇ 'ਚ ਕੀ ਹੈ ਕਿ ਤੁਸੀਂ ਆਪਣਾ ਲਿਖਿਆ ਹੋਇਆ ਆਨਸਰ ਹੁਣ ਚੈਟ ਜੀਪੀਟੀ 'ਤੇ ਜਾ ਕੇ ਟਾਈਪ ਕਰ ਦੂੰਗੇ। ਤੁਸੀਂ ਉਹਨੂੰ ਬੋਲ ਕੇ ਆਪਣੇ ਨੋਟਸ ਦੇ ਵਿੱਚ ਟਾਈਪ ਕਰ ਲਓ, ਉਸ ਤੋਂ ਬਾਅਦ ਤੁਸੀਂ ਉਹਨੂੰ ਕਾਪੀ ਪੇਸਟ ਕਰ ਦਿਓ ਚੈਟ ਜੀਪੀਟੀ ਦੇ ਉੱਪਰ। ਹੁਣ ਤੁਸੀਂ ਚੈਟ ਜੀਪੀਟੀ ਦੇ ਉੱਪਰ ਇੱਕ ਪ੍ਰੋਮਪਟ ਲਿਖਣਾ ਹੈ ਕਿ ਚੈਟ ਚੈੱਕ ਮਾਈ essay and give me the feedback। ਤੁਸੀਂ ਦੇਖੋਗੇ ਵਿਦਿਨ ਸੈਕਿੰਡਸ ਇਹ ਤੁਹਾਨੂੰ ਪ੍ਰੋਵਾਈਡ ਕਰੇਗਾ ਪੂਰੀ ਫੀਡਬੈਕ ਹਰ ਇੱਕ ਡਿਟੇਲ ਦੇ ਨਾਲ ਕਿ ਤੁਹਾਡੀ ਵੋਕੈਬਲਰੀ 'ਚ ਕੀ ਕਮੀ ਹੈ, ਤੁਹਾਡੀ ਗ੍ਰਾਮੈਟਿਕਲੀ ਤੁਸੀਂ ਕਿੱਥੇ ਗਲਤ ਹੋ, ਤੁਸੀਂ ਕੀ ਅੱਛਾ ਕਰ ਸਕਦੇ ਸੀ, ਸਟਰਕਚਰ ਕੀ ਰਿਹਾ ਤੁਹਾਡੇ ਐਸੇ ਦਾ, ਕੋਹੇਰੈਂਸ ਕਿੰਨੀ ਹੈ, ਕਲੈਰਿਟੀ ਕਿੰਨੀ ਹੈ ਤੁਹਾਡੇ ਐਸੇ ਦੀ, ਤੁਹਾਡੀ ਕਨਕਲੂਜਨ ਕਿੱਦਾਂ ਦੀ ਹੈ, ਤੁਸੀਂ ਕਿੱਦਾਂ ਦੇ ਕੰਪਲੈਕਸ ਸੈਂਟੈਂਸਸ ਯੂਜ਼ ਕੀਤੇ ਆ ਜਾਂ ਨਹੀਂ ਕੀਤੇ। ਕਈ ਵਾਰ ਤੁਸੀਂ ਆਪਣੇ ਐਸੇ ਦੇ ਵਿੱਚ ਕੁਛ ਇੱਦਾਂ ਦੀ ਵੋਕੈਬਲਰੀ ਯੂਜ਼ ਕਰਦੇ ਹੋ ਜਦੋਂ ਉਸ ਐਸੇ ਦੇ ਨਾਲ ਕੁਛ ਜ਼ਿਆਦਾ ਲੈਣਾ ਦੇਣਾ ਨਹੀਂ ਹੁੰਦਾ। ਉਹਨੂੰ ਉਹ ਕਹਿੰਦਾ ਹੈ ਔਕਵਰਡ ਫਰੇਜ਼ਸ ਜਾਂ ਔਕਵਰਡ ਵੋਕੈਬਲਰੀ। ਉਹ ਤੁਹਾਨੂੰ ਪੂਰੀ ਫੀਡਬੈਕ ਦੇਗਾ। ਇਸ ਤੋਂ ਇਲਾਵਾ ਤੁਸੀਂ ਇਹਨੂੰ ਇਹ ਵੀ ਪੁੱਛ ਸਕਦੇ ਹੋ ਕਿ ਲਾਈਕ ਡਾਇਰੈਕਟਲੀ ਤੁਸੀਂ ਕਹੋਗੇ ਕਿ ਗਿਵ ਮੀ ਦ ਬੈਂਡ ਸਕੋਰ। ਇਹ ਬੈਂਡ ਸਕੋਰ ਨਹੀਂ ਦੇਗਾ, ਚਾਹੇ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ, ਪਰ ਉਹ ਉੱਥੇ ਮੈਂਸ਼ਨ ਕਰੇਗਾ ਕਿ ਮੈਂ ਤੁਹਾਨੂੰ ਕੋਈ ਬੈਂਡ ਸਕੋਰ ਨਹੀਂ ਦੇ ਸਕਦਾ। ਲੇਕਿਨ ਤੁਸੀਂ ਉੱਥੇ ਇੱਕ ਪ੍ਰੋਮਪਟ ਲਿਖਣਾ ਹੈ ਕਿ ਐਸਟੀਮੇਟਡ ਜਾਂ ਮੈਨੂੰ ਅਪਰੋਕਸੀਮੇਟ ਬੈਂਡ ਸਕੋਰਿੰਗ ਦੱਸੋ। ਫਿਰ ਤੁਸੀਂ ਦੇਖੋਗੇ ਕਿ ਤੁਹਾਨੂੰ ਬੈਂਡ ਸਕੋਰਿੰਗ ਵੀ ਦੇਣਾ ਸ਼ੁਰੂ ਕਰ ਦੇਗਾ। ਕਈ ਵਾਰ ਤੁਹਾਡੇ ਜਿਹੜੇ ਈਵਨ ਰੀਅਲ ਟੀਚਰਸ ਹੁੰਦੇ ਆ ਉਹਨਾਂ ਲਈ ਮੁਸ਼ਕਿਲ ਹੋ ਜਾਂਦਾ ਬੈਂਡ ਸਕੋਰ ਪ੍ਰੈਡਿਕਟ ਕਰਨਾ ਕਿ ਕਿਤੇ ਬਾਅਦ ਵਿੱਚ ਤੁਹਾਡੇ ਬੈਂਡ ਸਕੋਰ ਵੇਰੀ ਨਾ ਹੋ ਜਾਣ ਔਰ ਤੁਸੀਂ ਕਹੋ ਕਿ ਟੀਚਰ ਤਾਂ ਮੈਨੂੰ ਇੰਨਾ ਸਕੋਰ ਕਹਿੰਦੀ ਸੀ। ਬਟ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਟੂਲ ਹੈ, ਇਹ ਤੁਹਾਡੇ ਲਿਖੇ ਹੋਏ ਸੈਂਪਲ ਆਨਸਰ ਦੇ ਨਾਲ ਰਿਲੇਟਡ ਔਰ ਲਾਈਕ ਜਿੰਨਾ ਤੁਸੀਂ ਡਿਜ਼ਰਵ ਕਰਦੇ ਹੋ ਐਸਟੀਮੇਟਡ ਬੈਂਡ ਸਕੋਰ ਤੁਹਾਨੂੰ ਇੱਕ ਦੇ ਦਿੰਦਾ ਹੈ। ਤੁਹਾਨੂੰ ਕਲੈਰਿਟੀ ਹੋ ਜਾਂਦੀ ਹੈ ਕਿ ਤੁਸੀਂ ਰੀਅਲ ਟੈਸਟ ਲਈ ਰੈਡੀ ਹੋ ਜਾਂ ਹਲੇ ਨਹੀਂ। ਨੈਕਸਟ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਆਉਂਦਾ ਹੈ ਵੋਕੈਬਲਰੀ ਦਾ। ਸਟੂਡੈਂਟਸ ਅਕਸਰ ਕਹਿੰਦੇ ਨੇ ਸਾਡੇ ਕੋਲ ਅੱਛੀ ਵੋਕੈਬਲਰੀ ਨਹੀਂ ਹੈ ਐਸੇ ਲਿਖਣ ਦੇ ਲਈ, ਟਾਸਕ 1 ਲਿਖਣ ਦੇ ਲਈ ਜਾਂ ਟਾਸਕ 2 ਲਿਖਣ ਦੇ ਲਈ। ਚੈਟ ਜੀਪੀਟੀ ਦੀ ਹੈਲਪ ਦੇ ਨਾਲ ਤੁਸੀਂ ਇਸ ਚੀਜ਼ ਦੇ ਵਿੱਚ ਵੀ ਇੱਕ ਬਹੁਤ ਅੱਛੀ ਹੈਲਪ ਆ ਸਕਦੇ ਹੋ। ਤੁਸੀਂ ਚੈਟ ਨੂੰ ਕਹਿ ਸਕਦੇ ਹੋ ਕਿ ਗਿਵ ਮੀ ਅ ਲਿਸਟ ਆਫ 10 ਵਰਡਸ, 10 ਗੁੱਡ ਵੋਕੈਬਲਰੀ ਵਰਡਸ ਟੂ ਬੀ ਯੂਜ਼ਡ ਇਨ ਆਇਲਸ ਐਸੇ। ਇਹ ਤੁਹਾਨੂੰ ਲਿਸਟ ਪ੍ਰੋਵਾਈਡ ਕਰੇਗਾ। ਔਰ ਜੇ ਤੁਹਾਨੂੰ ਇਹ ਨਹੀਂ ਸਮਝ ਆਏ ਕਿ ਹੁਣ ਇਹਨਾਂ ਵਰਡਸ ਨੂੰ ਯੂਜ਼ ਕਿੱਦਾਂ ਕਰਨਾ, ਤੁਸੀਂ ਕਹਿ ਸਕਦੇ ਹੋ ਕਿ ਗਿਵ ਮੀ ਅ ਸੈਂਪਲ ਆਇਲਸ ਟਾਸਕ 2 ਯੂਜ਼ਿੰਗ ਦ ਸੇਮ ਵਰਡਸ, ਔਰ ਇਹ ਤੁਹਾਡੇ ਸਾਹਮਣੇ ਇੱਕ ਪੂਰੇ ਦਾ ਪੂਰਾ ਆਨਸਰ ਵੀ ਦੇ ਦੇਗਾ ਜਿਹਦੇ ਵਿੱਚ ਉਹ ਵਰਡਸ ਯੂਜ਼ ਹੋਏ ਹੋਣਗੇ। ਮਤਲਬ ਕਈ ਵਾਰ ਕੋਈ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਤੁਸੀਂ ਆਪਣੀ ਰੀਅਲ ਕਲਾਸਰੂਮ ਦੇ ਵਿੱਚ ਜਾ ਕੇ ਵੀ ਇੰਨੀ ਜ਼ਿਆਦਾ ਨਹੀਂ ਪੁੱਛ ਸਕਦੇ, ਆਪਣੇ ਟੀਚਰਸ ਨੂੰ ਇੰਨਾ ਨਹੀਂ ਪੁੱਛ ਸਕਦੇ, ਲੇਕਿਨ ਇੱਕ ਹੋਮਵਰਕ ਟੂਲ ਦੀ ਤਰ੍ਹਾਂ ਜਾਂ ਇੱਕ ਘਰ ਦੇ ਵਿੱਚ ਬੈਠ ਕੇ ਪ੍ਰੈਕਟਿਸ ਕਰਨ ਵੇਲੇ ਤੁਸੀਂ ਜੇ ਵਾਕਈ ਸੀਰੀਅਸ ਹੋ ਇੱਕ ਅੱਛਾ ਬੈਂਡ ਸਕੋਰ ਲੈਣ ਦੇ ਲਈ, ਤੇ ਚੈਟ ਜੀਪੀਟੀ ਇਜ਼ ਦ ਬੈਸਟ ਟੂਲ। ਹੁਣ ਅਸੀਂ ਗੱਲ ਕਰਦੇ ਹਾਂ ਸਪੀਕਿੰਗ ਮੋਡਿਊਲ ਦੀ ਪ੍ਰੈਕਟਿਸ, ਆਇਲਸ ਦੇ ਸਪੀਕਿੰਗ ਮੋਡਿਊਲ ਦੀ ਪ੍ਰੈਕਟਿਸ ਚੈਟ ਜੀਪੀਟੀ ਦੇ ਨਾਲ।
ਚੈਟ ਜੀਪੀਟੀ ਤੁਹਾਡੇ ਨਾਲ ਇੰਟਰੈਕਟ ਕਰ ਸਕਦਾ ਆ, ਬਟ ਇਹ ਨਹੀਂ ਕਿ ਉਹ ਬੋਲ ਕੇ ਸਾਨੂੰ ਕੋਈ ਆਨਸਰ ਦੱਸੇਗਾ ਜਾਂ ਅਸੀਂ ਬੋਲ ਕੇ ਉਹਦੇ ਨਾਲ ਗੱਲ ਕਰਾਂਗੇ। ਇਹਦੇ ਵਿੱਚ ਤੁਸੀਂ ਟਾਈਪਿੰਗ ਦੇ ਨਾਲ ਉਹਦੇ ਨਾਲ ਇੰਟਰੈਕਟ ਕਰ ਸਕਦੇ ਹੋ। ਤੁਸੀਂ ਚੈਟ ਨੂੰ ਕਹਿ ਸਕਦੇ ਹੋ ਕਿ ਗਿਵ ਮੀ ਅ ਲਿਸਟ ਆਫ ਕੁਐਸਚਨਸ ਰਿਲੇਟਡ ਟੂ ਪਾਰਟ 1 ਆਫ ਆਇਲਸ ਸਪੀਕਿੰਗ ਮੋਡਿਊਲ। ਉਹ ਤੁਹਾਨੂੰ ਕੁਐਸਚਨ ਦੇ ਦੇਗਾ, ਤੁਸੀਂ ਆਪਣੇ ਆਨਸਰਸ ਉਹਨੂੰ ਦੇ ਸਕਦੇ ਹੋ। ਜਦੋਂ ਤੁਸੀਂ ਉਹਨੂੰ ਆਪਣੇ ਆਨਸਰ ਦਿਓਗੇ, ਤੁਸੀਂ ਦੇਖੋਗੇ ਕਿ ਉਹ ਤੁਹਾਨੂੰ ਉਹਨਾਂ ਆਨਸਰਸ ਦਾ ਇੱਕ ਰਿਵਾਈਜ਼ਡ ਵਰਜ਼ਨ ਵੀ ਦੱਸੇਗਾ। ਉਹ ਤੁਹਾਨੂੰ ਦੱਸੇਗਾ ਕਿ ਹਾਂ ਆਹ ਚੀਜ਼ ਤੁਸੀਂ ਅੱਛੀ ਬੋਲੀ ਹੈ, ਅੱਛੀ ਕਹੀ ਹੈ, ਲੇਕਿਨ ਤੁਸੀਂ ਆ ਵੀ ਐਡ ਕਰ ਸਕਦੇ ਹੋ। ਫਿਰ ਨੈਕਸਟ ਕੁਐਸਚਨ ਇਸੇ ਤਰ੍ਹਾਂ ਤੁਸੀਂ ਇੱਕ ਆਪਣੀ ਪ੍ਰੈਕਟਿਸ ਦਾ ਰੋਜ਼ ਦਾ ਇੱਕ ਸ਼ੈਡਿਊਲ ਬਣਾ ਸਕਦੇ ਹੋ ਕਿ 3 ਦਿਨ ਮੈਂ ਪਾਰਟ 1 ਦੀ ਪ੍ਰੈਕਟਿਸ ਕਰਨੀ ਹੈ। ਫਿਰ ਕਿਊ ਕਾਰਡਸ ਦੇ ਉੱਪਰ ਆ ਜਾਓ। ਚੈਟ ਤੁਹਾਨੂੰ ਲਾਈਕ ਅਣਗਿਣਤ ਕਿਊ ਕਾਰਡਸ ਪ੍ਰੋਵਾਈਡ ਕਰ ਸਕਦਾ ਹੈ ਪ੍ਰੈਕਟਿਸ ਦੇ ਲਈ। ਤੁਸੀਂ ਉਸ ਕਿਊ ਕਾਰਡ ਦਾ ਜੋ ਵੀ ਤੁਹਾਡਾ ਰਿਪਲਾਈ ਹੈ ਉਹਨੂੰ ਟਾਈਪ ਕਰਕੇ ਉਹਨੂੰ ਸਬਮਿਟ ਕਰਨਾ ਹੈ। ਉਹਨੇ ਤੁਹਾਨੂੰ ਉਹਦੇ ਵਿੱਚ ਤੁਹਾਡੀਆਂ ਮਿਸਟੇਕਸ ਦੱਸ ਦੇਣੀਆਂ ਨੇ। ਔਰ ਜਿਵੇਂ ਮੈਂ ਰਾਈਟਿੰਗ 'ਚ ਤੁਹਾਨੂੰ ਦੱਸਿਆ ਸੀ ਕਿ ਤੁਸੀਂ ਪੁੱਛ ਸਕਦੇ ਹੋ ਕਿ ਮੈਨੂੰ ਫੀਡਬੈਕ ਦਿਓ ਔਰ ਐਸਟੀਮੇਟਡ ਬੈਂਡ ਸਕੋਰ ਦਿਓ, ਤੇ ਉਹਦੇ ਵਿੱਚ ਵੀ ਤੁਹਾਡੀ ਸਕੋਰਿੰਗ ਕਰ ਸਕਦਾ ਹੈ। ਉਸ ਤੋਂ ਪਹਿਲਾਂ ਮੈਂ ਕੁਝ ਪ੍ਰੌਂਪਟ ਲਿਖੂੰਗੀ ਜਾਂ ਕੁਝ ਇਨਸਟਰਕਸ਼ਨਸ ਦੂੰਗੀ ਚੈਟ ਜੀਪੀਟੀ ਨੂੰ ਕਿ ਜਿਵੇਂ ਚੈਟ ਪਲੀਜ਼ ਚੈੱਕ ਮਾਈ ਆਇਲਸ task 2 essay and give feedback. Okay, ਹੁਣੇ ਰੈਡੀ ਹੈ ਸਾਨੂੰ ਆਪਣੀ ਫੀਡਬੈਕ ਦੇਣ ਦੇ ਲਈ। ਇਹ ਮੈਂ ਆਨਸਰ ਪੇਸਟ ਕਰ ਦਿੱਤਾ ਹੈ। ਵਿਦਿਨ ਸੈਕਿੰਡਸ ਇਹਨੇ ਮੈਨੂੰ ਰਿਪਲਾਈ ਕਰ ਦਿੱਤਾ ਹੈ ਮੇਰੇ ਉਸ ਐਸੇ ਦੇ ਬਾਰੇ, ਆਪਣੀ ਫੀਡਬੈਕ ਦੇ ਦਿੱਤੀ ਹੈ। ਸਭ ਤੋਂ ਪਹਿਲਾ ਪੁਆਇੰਟ ਦੇਖਦੇ ਹਾਂ ਅਸੀਂ ਕਲੈਰਿਟੀ ਐਂਡ ਆਰਗੇਨਾਈਜੇਸ਼ਨ। The introduction should clearly state your position and provide an overview of your argument. Consider revising your introduction. ਹੁਣ ਮੈਨੂੰ ਦੱਸ ਰਿਹਾ ਹੈ ਕਿ ਨਹੀਂ ਤੁਹਾਡੀ ਇੰਟਰੋਡਕਸ਼ਨ ਦੇ ਵਿੱਚ ਕੁਝ ਇੰਪਰੂਵਮੈਂਟ ਦੀ ਜ਼ਰੂਰਤ ਹੈ। ਇਸ ਫੀਡਬੈਕ ਨੂੰ ਲੈ ਕੇ ਫਿਰ ਮੈਂ ਨੈਕਸਟ ਟਾਈਮ ਆਪਣਾ ਐਸੇ ਠੀਕ ਕਰ ਸਕਦੀ ਹਾਂ। The essay lacks clear paragraph divisions. You should separate your ideas into distinct paragraphs to improve readability. ਪੈਰਾਗ੍ਰਾਫਿੰਗ ਇੱਕ ਬਹੁਤ ਇੰਪੋਰਟੈਂਟ ਆਸਪੈਕਟ ਹੈ ਆਇਲਸ ਐਸੇ ਦੇ ਵਿੱਚ ਮਾਰਕਸ ਲੈਣ ਦੇ ਲਈ। ਗ੍ਰਾਮਰ ਔਰ ਵੋਕੈਬਲਰੀ ਦੀ ਜੇ ਅਸੀਂ ਗੱਲ ਕਰੀਏ, ਯੂਜ਼ ਪ੍ਰੋਪਰ ਗ੍ਰਾਮਰ ਪੰਕਚੁਏਸ਼ਨ ਥਰੂ ਆਊਟ ਦੀ ਐਸੇ। ਫੋਰ ਐਗਜ਼ਾਮਪਲ ਐਕਸਟੈਂਸ਼ਨ ਸ਼ੁੱਡ ਬੀ ਐਕਸਟਿੰਕਸ਼ਨ। ਹੋ ਸਕਦਾ ਬਾਈ ਮਿਸਟੇਕ ਉਹਨੇ ਉਸ ਵੇਲੇ ਐਸੇ ਦੀ ਸੈਂਸ ਦੇ ਹਿਸਾਬ ਦੇ ਨਾਲ ਐਕਸਟਿੰਕਸ਼ਨ ਲਿਖਣਾ ਹੋਵੇ, ਲੇਕਿਨ ਐਕਸਟੈਂਸ਼ਨ ਲਿਖ ਦਿੱਤਾ। ਉਹਨੇ ਮੈਨੂੰ ਇੰਪਰੂਵ ਕਰਕੇ ਦਿੱਤਾ ਹੈ। ਐਂਡ ਐਕਸਟੈਂਸ਼ਨ ਰੇਟ ਸ਼ੁੱਡ ਬੀ ਐਕਸਟਿੰਕਸ਼ਨ ਰੇਟ। ਕਈ ਵਾਰ ਸਪੈਲਿੰਗ ਦੇ ਐਰਰ ਦੇ ਕਰਕੇ ਅਸੀਂ ਆਪਣੇ ਮਾਰਕਸ ਨੂੰ ਡਿਡਕਟ ਕਰਵਾ ਲੈਂਦੇ ਹਾਂ। Be careful with word choice. For example, rising rate of extinction could be better expressed as increasing extinction rate. Better way ਦੇ ਨਾਲ ਅਸੀਂ ਉਹਨੂੰ ਕਿਵੇਂ ਲਿਖ ਸਕਦੇ ਹਾਂ, ਇਹਦਾ ਸੁਜੈਸ਼ਨ ਵੀ ਉਹ ਸਾਨੂੰ ਦੇ ਰਹੇ। Avoid repetition. You mentioned extinction rate multiple times. Vary your vocabulary to make your essay more engaging. Supporting examples. ਹੁਣ ਜਿਹੜੇ examples student ਨੇ ਲਿਖੇ ਹੈ ਉਸ essay ਦੇ ਅੰਦਰ, ਉਹਦੇ ਬਾਰੇ chat GPT ਦਾ ਕੀ ਕਹਿਣਾ ਹੈ। While you mentioned that multiple policies have been made by the governments to alleviate the effects of extinction rate, you should provide specific example detail of these policies. Example about India bringing leopards to increase reproduction rate is relevant, but it needs more context and detail to make it more persuasive. ਅਸੀਂ ਦੇਖਦੇ ਹਾਂ ਸਟੂਡੈਂਟ ਨੇ ਇਸ ਐਗਜ਼ਾਮਪਲ ਨੂੰ ਕਿਵੇਂ ਮੈਂਸ਼ਨ ਕੀਤਾ ਹੈ। ਲੈਪਰਡਸ ਦੇ ਬਾਰੇ ਉਹਨੇ ਕਿੱਥੇ ਗੱਲ ਕੀਤੀ ਹੈ, ਉਸ ਚੀਜ਼ ਨੂੰ ਚੈੱਕ ਕਰਦੇ ਹਾਂ। ਜਿਵੇਂ ਇੱਥੇ ਲਿਖਿਆ ਹੈ ਕਿ ਮੋਰ ਓਵਰ multiple policies have been made by the government to alleviate the effects of extinction rate. ਹੁਣ ਐਕਸਟਿੰਕਸ਼ਨ ਆਣਾ ਸੀ, ਆਲਰੇਡੀ ਸਾਨੂੰ ਦੱਸ ਚੁੱਕਿਆ ਕਿ ਬਾਈ ਮਿਸਟੇਕ ਤੁਸੀਂ ਐਕਸਟੈਂਸ਼ਨ ਲਿਖ ਦਿੱਤਾ ਉੱਥੇ। For example, few months ago, 4 leopards have been brought by the Asian country India to increase the reproduction rate among leopards in the forests of the country. ਤੇ ਉਹਨੇ ਸਾਨੂੰ ਸੁਜੈਸਟ ਕੀਤਾ ਕਿ ਉਸਨੂੰ ਥੋੜਾ ਜਿਹਾ ਹੋਰ ਐਕਸਪਲੇਨ ਕਰੋ। ਜਿਵੇਂ ਕਿ ਅਸੀਂ ਐਗਜ਼ਾਮਪਲ 'ਚ ਮੈਂਸ਼ਨ ਕਰ ਸਕਦੇ ਹਾਂ ਕਿ ਲੈਪਰਡਸ ਨੂੰ ਲਿਆਂਦਾ ਗਿਆ ਔਰ ਉਹਦੇ ਨਾਲ ਇਹ ਬਦਲਾਵ ਦੇਖਿਆ ਗਿਆ, ਉਸ ਚੀਜ਼ ਨੂੰ ਮੈਂਸ਼ਨ ਕਰ ਸਕਦੇ ਸੀ। ਹੁਣ ਅਸੀਂ ਚੈੱਕ ਕਰਦੇ ਹਾਂ ਕਿ ਆਇਲਸ ਸਪੀਕਿੰਗ ਪ੍ਰੈਕਟਿਸ ਦੇ ਲਈ ਚੈਟ ਸਾਨੂੰ ਕਿਵੇਂ ਹੈਲਪ ਕਰ ਸਕਦਾ ਹੈ। ਮੈਂ ਤੁਹਾਨੂੰ ਵੀਡੀਓ ਦੇ ਵਿੱਚ ਪਹਿਲਾਂ ਦੱਸ ਚੁੱਕੀ ਹਾਂ ਕਿ ਬੋਲ ਕੇ ਕੋਈ ਰਿਸਪੌਂਸ ਨਹੀਂ ਆਏਗਾ, ਟਾਈਪਿੰਗ ਦੇ ਨਾਲ ਅਸੀਂ ਇੰਟਰੈਕਟ ਕਰ ਸਕਦੇ ਹਾਂ ਚੈਟ ਦੇ ਨਾਲ। ਸਪੋਜ਼ ਆਈ ਸੇ ਚੈਟ ਗਿਵ ਮੀ 10 questions of IELTS speaking part 1.
ਹੁਣ ਮੇਰੇ ਕੋਲ 10 ਕੁਐਸਚਨਸ ਆ ਗਏ ਨੇ। ਫਰਸਟ ਕੁਐਸਚਨ ਹੈ, ਕੈਨ ਯੂ ਟੈਲ ਮੀ ਯੋਰ ਫੁੱਲ ਨੇਮ ਪਲੀਜ਼। ਸੋ ਮੈਂ ਲਿਖ ਰਹੀ ਹਾਂ ਇੱਥੇ, ਮਾਈ ਨੇਮ ਇਜ਼ ਰੁਪਿੰਦਰ। ਦੋ ਤਰ੍ਹਾਂ ਦੇ ਨਾਲ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ, ਜਾਂ ਤਾਂ ਤੁਸੀਂ ਅਗਲਾ ਆਨਸਰ ਇਹਦੇ ਨਾਲ ਹੀ ਲਿਖ ਦਿਓ, ਜਾਂ ਫਿਰ ਤੁਸੀਂ 1 ਬਾਏ 1 ਵੀ ਕਰ ਸਕਦੇ ਹੋ, ਜਿਵੇਂ ਮੈਂ ਸਪੋਜ਼ ਐਂਟਰ ਕਰ ਦਿੱਤਾ ਇੱਥੇ। ਹੁਣ ਉਹਨੇ ਮੈਨੂੰ ਗ੍ਰੀਟ ਕਰ ਲਿਆ, ਔਰ ਨੈਕਸਟ ਆਨਸਰ ਹੁਣ ਮੈਂ ਲਿਖਣ ਜਾ ਰਹੀ। ਵੇਅਰ ਆਰ ਯੂ ਫਰੋਮ? ਸੇ ਆਈ ਐਮ ਫਰੋਮ ਪੰਜਾਬ। ਦੇਖਦੇ ਹਾਂ ਕਿ ਇਸ ਆਨਸਰ ਨੂੰ ਇਹ ਕਿਸ ਤਰ੍ਹਾਂ ਐਕਸੈਪਟ ਕਰਦਾ ਹੈ ਆਇਲਸ ਦੇ ਪੁਆਇੰਟ ਆਫ ਵਿਊ ਦੇ ਨਾਲ। ਦੇਖੋ ਉਹਨੇ ਮੈਨੂੰ ਆਨਸਰ ਦਿੱਤਾ, ਦੈਟਸ ਗ੍ਰੇਟ ਟੂ ਨੋ ਰੁਪਿੰਦਰ, ਪੰਜਾਬ ਇਜ਼ ਅ ਕਲਚਰਲੀ ਰਿਚ ਐਂਡ ਵਾਈਬਰੈਂਟ ਰੀਜਨ। Is there anything specific you would like to share or discuss about Punjab or any other topic? Feel free to continue the conversation or ask any question you may have. ਹੁਣ ਇਸ ਲਾਈਨ ਦੇ ਨਾਲ, ਹੁਣ ਦੇਖੋ ਮੈਂ ਸਿਰਫ ਸਿੰਪਲੀ ਨੂੰ ਕਿ ਆਈ ਐਮ ਫਰੋਮ ਪੰਜਾਬ, ਇਹ ਉਹਦਾ ਸੁਜੈਸ਼ਨ ਹੈ ਕਿ ਪੰਜਾਬ ਇਜ਼ ਅ ਕਲਚਰਲੀ ਰਿਚ ਐਂਡ ਵਾਈਬਰੈਂਟ ਰੀਜਨ। ਔਰ ਜੇ ਕੋਈ ਹੋਰ ਸਪੈਸੀਫਿਕ ਡਿਟੇਲ ਮੈਂ ਸ਼ੇਅਰ ਕਰਨਾ ਚਾਹੁੰਦੀ ਹਾਂ ਪੰਜਾਬ ਬਾਰੇ, ਤਾਂ ਮੈਂ ਉਹ ਵੀ ਕਰ ਸਕਦੀ ਹਾਂ। ਅਤੇ ਇਹ ਮੈਨੂੰ ਸੁਜੈਸ਼ਨ ਹੈ ਕਿ ਜਦੋਂ ਐਗਜ਼ਾਮੀਨਰ ਮੈਨੂੰ ਪੁੱਛੇ ਕਿ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ, ਮੈਂ ਆਪਣੇ ਰੀਜਨ ਬਾਰੇ ਕੁਛ ਨਾ ਕੁਛ ਜ਼ਰੂਰ ਦੱਸਾਂ। ਹੋਮ ਟਾਊਨ ਦੇ ਬਾਰੇ ਪੁੱਛਣਗੇ ਤਾਂ ਮੈਂ ਪਾਰਟੀਕੂਲਰਲੀ ਹੋਮ ਟਾਊਨ ਦੀ ਗੱਲ ਕਰੂੰਗੀ, ਅਤੇ ਮੈਂ ਸਿਰਫ ਹੋਮ ਟਾਊਨ ਦਾ ਨਾਮ ਨਹੀਂ ਲਵਾਂਗੀ, ਬਲਕਿ ਥੋੜ੍ਹਾ ਜਿਹਾ ਹੋਮ ਟਾਊਨ ਨੂੰ ਐਕਸਪਲੇਨ ਕਰੂੰਗੀ। ਡੂ ਯੂ ਵਰਕ ਔਰ ਆਰ ਯੂ ਅ ਸਟੂਡੈਂਟ? ਹੁਣ ਜੇ ਮੈਂ ਸਿਰਫ ਇਹਨੂੰ 1 ਲਾਈਨਰ ਦੇਵਾਂ ਕਿ ਆਈ ਐਮ ਵਰਕਿੰਗ, that's good. What kind of work do you do? Is it a job that you enjoy? ਹੁਣ ਇਹ ਇੱਕ ਸਜੈਸ਼ਨ ਹੈ ਮੇਰੇ ਲਈ ਕਿ ਮੈਂ ਇੱਥੇ ਮੈਂਸ਼ਨ ਕਰ ਸਕਦੀ ਹਾਂ ਆਲਰੇਡੀ ਆਪਣੇ ਐਗਜ਼ਾਮੀਨਰ ਦੇ ਸਾਹਮਣੇ, ਆਪਣੇ ਲਾਈਕ ਕੰਟੈਕਸਟ ਵਿੱਚ, ਕਿ ਆਈ ਐਮ ਵਰਕਿੰਗ, ਆਈ ਐਮ ਇਨਟੂ ਦਿਸ ਪ੍ਰੋਫੈਸ਼ਨ, ਆਈ ਲਵ ਮਾਈ ਜੌਬ, ਆਈ ਇੰਜੋਏ ਦਿਸ ਐਸਪੈਕਟ ਆਫ ਮਾਈ ਜੌਬ। ਤੇ ਮੇਰਾ ਆਨਸਰ ਹਮੇਸ਼ਾ ਹੀ ਇਲੈਬੋਰੇਟਡ ਹੋਣਾ ਚਾਹੀਦਾ, ਨਾ ਕਿ 1 ਲਾਈਨਰ। ਓਕੇ, ਹੁਣ ਜਿਵੇਂ ਉਹਨੇ ਕੁਐਸਚਨ ਪੁੱਛਿਆ, ਹਾਊ ਆਫਨ ਡੂ ਯੂ ਯੂਜ਼ ਪਬਲਿਕ ਟਰਾਂਸਪੋਰਟੇਸ਼ਨ। ਸਪੋਜ਼ ਮੈਨੂੰ ਇਹਦਾ ਆਨਸਰ ਨਹੀਂ ਪਤਾ, ਹੁਣ ਮੈਂ ਕੀ ਕਰ ਸਕਦੀ ਹਾਂ, ਇਸ ਕੁਐਸਚਨ ਨੂੰ ਇੱਥੋਂ ਕਾਪੀ ਕਰ ਰਹੀ ਹਾਂ ਔਰ ਲਿਖ ਰਹੀ ਹਾਂ ਕਿ ਚੈਟ give me a good sample answer to this question. देखो ने कितना elaborated answer एक मैंने दे देता है कि I use public transportation quite regularly. Question C, how often do you use public transportation? I use public transportation quite regularly, especially during the weekend. Since I work in the city center, it is most convenient and efficient way for me to commute to my workplace. I take the bus or subway. ਮੈਂ ਚੂਜ਼ ਕਰ ਸਕਦੀ ਹਾਂ ਕਿ ਇਹਨਾਂ ਵਿੱਚੋਂ ਮੈਨੂੰ ਕਿਹੜੀ ਮੀਨਸ ਲਾਈਨ ਯੂਜ਼ ਕਰਨੀ ਹੈ, ਮੈਂ ਕੀ ਬੋਲਣਾ ਚਾਹੁੰਦੀ ਹਾਂ। ਜਿਵੇਂ ਕਿ ਆਹ ਲਾਈਨ ਅੱਛੀ ਲੱਗ ਰਹੀ ਹੈ, ਇਟਸ ਨਾਟ ਓਨਲੀ ਕੋਸਟ ਇਫੈਕਟਿਵ ਬਟ ਆਲਸੋ ਹੈਲਪਸ ਰਿਡਿਊਸ ਮਾਈ ਕਾਰਬਨ ਫੁੱਟਪ੍ਰਿੰਟ। ਆਇਲਸ ਦੇ ਵਿੱਚ ਅੱਛਾ ਬੈਂਡ ਸਕੋਰ ਲੈਣ ਦੇ ਲਈ ਅੱਛੀ ਵੋਕੈਬਲਰੀ ਯੂਜ਼ ਕਰਨਾ ਜ਼ਰੂਰੀ ਹੈ, ਔਰ ਇਸ ਤਰ੍ਹਾਂ ਦਾ ਸੈਂਟੈਂਸ ਮੈਂ ਯੂਜ਼ ਕਰ ਸਕਦੀ ਹਾਂ। ਦਿਸ ਇਜ਼ ਲਾਈਕ ਗੁੱਡ। On weekends, I tend to use public transportation less frequently because I often have access to a car. देखो कितनी अच्छी डिटेल उन्हें आंसर दे देती है। I rely on public transportation on daily basis for my work commute, but my usage might vary on weekends depending on my plans. ਕਿਸੇ ਵੇਲੇ ਸਟੂਡੈਂਟਸ ਦੱਸਦੇ ਨੇ ਕਿ ਲਾਈਕ 2 ਸੈਂਟੈਂਸਸ ਦੇ ਵਿੱਚ ਹੀ ਐਗਜ਼ਾਮੀਨਰ ਸੈਟਿਸਫਾਈ ਹੋ ਜਾਂਦਾ ਹੈ, ਲੇਕਿਨ ਕਈ ਵਾਰ ਉਹ ਕਹਿੰਦੇ ਨੇ ਕਿ ਹੋਰ ਬੋਲੋ, ਔਰ ਜਦੋਂ ਹੋਰ ਬੋਲੋ ਦੀ ਗੱਲ ਆਉਂਦੀ ਹੈ ਤਾਂ ਇਸ ਤਰ੍ਹਾਂ ਅਸੀਂ ਸੈਂਪਲ ਆਨਸਰ ਆਪਣੀ ਪ੍ਰੈਕਟਿਸ ਦੇ ਵਕਤ ਕੁਝ ਦੇਖ ਸਕਦੇ ਹਾਂ, ਤਾਂ ਕਿ ਸਾਡੇ ਕੋਲ ਜ਼ਿਆਦਾ ਤੋਂ ਜ਼ਿਆਦਾ ਥਾਟ ਹੋਵੇ ਉਸ ਚੀਜ਼ ਬਾਰੇ ਬੋਲਣ ਦੇ ਲਈ। ਕਿਉਂਕਿ ਅਕਸਰ ਇਹੀ ਪ੍ਰੋਬਲਮ ਰਹਿੰਦੀ ਹੈ ਸਟੂਡੈਂਟਸ ਦੀ ਕਿ ਸਾਡੇ ਕੋਲ ਥਾਟਸ ਨਹੀਂ ਹੈ, ਥਾਟਸ ਨਹੀਂ ਆ ਰਹੇ। ਇਹ ਬਹੁਤ ਅੱਛਾ ਤਰੀਕਾ ਹੈ, ਅਸੀਂ ਸੈਂਪਲ ਆਨਸਰ ਚੈਟ ਨੂੰ ਪੁੱਛ ਸਕਦੇ ਹਾਂ ਔਰ ਫਿਰ ਉਹਨਾਂ ਲਾਈਨਸ ਨੂੰ ਅਸੀਂ ਆਪਣੇ ਦਿਮਾਗ ਦੇ ਵਿੱਚ ਰੱਖ ਸਕਦੇ ਹਾਂ। ਹੁਣ ਸਪੋਜ਼ ਇਹ ਕੁਐਸਚਨ ਹੈ ਕਿ ਵਾਟ ਕਾਈਂਡ ਆਫ ਬੁੱਕਸ ਡੂ ਯੂ ਲਾਈਕ ਟੂ ਰੀਡ। ਹੁਣ ਮੈਨੂੰ ਇਹਦਾ ਇੱਕ ਅੱਛਾ ਜਿਹਾ ਆਨਸਰ ਚਾਹੀਦਾ ਹੈ। ਜੇ ਸਪੋਜ਼ ਮੇਰੇ ਕੋਲ ਨਹੀਂ ਹੈ ਆਨਸਰ, ਮੈਂ ਇੱਥੇ ਟਾਈਪ ਕਰ ਸਕਦੀ ਹਾਂ ਕਿ ਚੈਟ ਪ੍ਰੋਵਾਈਡ ਮੀ ਅ ਸੈਂਪਲ ਆਨਸਰ, और पेस्ट कर दिता क्वेश्चन इत्थे, और तुसी देख सकते हो एक डिटेल्ड आंसर मेरे सामने आ गया है। सी इत्थे पॉइंट ये नहीं है कि उहदे दिते हुए इस आंसर नूं असीं मैमोराइज करना, नो, इट्स ओनली कि सानू लाइन्स मिल जाण।
लाइक कितनी अच्छी स्टार्टिंग है, आई एम एन एविड रीडर and my taste in books is quite diverse. I enjoy exploring various genres depending on my mood and interests at the time. In the fiction category, I love delving into well-crafted novels. ਹੁਣ ਜੇ ਮੈਨੂੰ ਪੂਰੀ ਲਾਈਨ ਨਹੀਂ ਵੀ ਬੋਲਣੀ ਆਉਂਦੀ, ਕਮ ਸੇ ਕਮ ਮੈਂ ਇਹ ਦੇਖ ਸਕਦੀ ਕਿ well-crafted novels क्या, ਤੇ ਜੇ ਮੈਂ ਕਹਿਣਾ ਚਾਹੁੰਦੀ ਹਾਂ ਕਿ I love to read novels, ਮੈਂ ਮੈਂਸ਼ਨ ਕਰ ਸਕਦੀ ਕਿ well-crafted novels. They transport me to different worlds or offer compelling stories about the human experience. बहुत ही प्यारा एक क्रिएटिव आंसर है और एज अ प्रैक्टिसिंग स्टूडेंट मतलब ये बहुत एड ऑन कर सकता है मेरी एक अच्छी वोकैबलरी और सेंटेंस स्ट्रक्चर ਦੇ ਵਿੱਚ। ਸੋ ਸਟੂਡੈਂਟਸ, ਅੱਜ ਦੀ ਵੀਡੀਓ ਦੇ ਵਿੱਚ ਅਸੀਂ ਸਿੱਖਿਆ ਕਿ ਚੈਟ ਜੀਪੀਟੀ ਦੇ ਨਾਲ ਅਸੀਂ ਆਇਲਸ ਦੀ ਪ੍ਰੈਕਟਿਸ ਕਿਵੇਂ ਕਰ ਸਕਦੇ ਹਾਂ ਔਰ ਜਿਸ ਤਰ੍ਹਾਂ ਦੀ ਵੋਕੈਬਲਰੀ, ਸੈਂਟੈਂਸ ਸਟਰਕਚਰ ਔਰ ਸੈਂਪਲ ਆਨਸਰਸ ਇਹ ਸਾਨੂੰ ਪ੍ਰੋਵਾਈਡ ਕਰਦਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਅਸੀਂ ਜੇ ਸੀਰੀਅਸ ਹੋ ਕੇ ਪ੍ਰੈਕਟਿਸ ਕਰੀਏ ਤਾਂ 7+ ਬਹੁਤ ਆਸਾਨੀ ਦੇ ਨਾਲ ਲੈ ਸਕਦੇ ਹਾਂ। ਬਟ ਤੁਹਾਨੂੰ ਇਹ ਚੀਜ਼ ਯਾਦ ਰੱਖਣੀ ਹੋਏਗੀ ਕਿ ਇੱਦਾਂ ਦੀ ਕੋਈ ਰਿਕਮੈਂਡੇਸ਼ਨ ਮੈਂ ਇਸ ਵੀਡੀਓ ਦੇ ਵਿੱਚ ਨਹੀਂ ਦੇ ਰਹੀ ਕਿ ਤੁਸੀਂ ਇਹਨਾਂ ਆਨਸਰਸ ਨੂੰ ਮੈਮੋਰਾਈਜ਼ ਕਰੋ। ਤੁਸੀਂ ਜਸਟ ਸੈਂਪਲ ਦੇ ਤੌਰ 'ਤੇ ਇਹਨਾਂ ਨੂੰ ਦੇਖਣਾ ਹੈ ਔਰ ਕੁਝ ਅੱਛੀ ਵੋਕੈਬਲਰੀ ਸਿੱਖਣੀ ਹੈ, ਅੱਛਾ ਸਟਰਕਚਰ ਆਫ ਐਸੇ ਜਾਂ ਟਾਸਕ 1 ਸਿੱਖਣਾ ਹੈ ਔਰ ਉਹਨੂੰ ਅਪਲਾਈ ਕਰਨਾ ਹੈ। दूसरी चीज़ ये है कि असी फ्रीकुएंटली लाइक कन्फ्यूज़ड रहने कि किस वैब पेज ते जाइए, किस वैबसाइट ते जाके असी आइल्स की प्रैक्टिस अच्छे तरीके नाल कर सकते हैं। चैट जीपीटी ते सानू एक प्लेटफॉर्म ते ही हर तरह की प्रैक्टिस, हर तरह के सैंपल्स मिल सकते हैं। ये चीज़ ਇਹਦਾ प्लस पॉइंट है। आई होप तुहानू ये वीडियो अच्छी लगी होएगी। चैनल सबसक्राइब करो।